ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੂਪ ਪੰਜਾਬੀ ਕਹਾਣੀਆਂ ਚੈਨਲ 'ਤੇ। ਕਹਾਣੀ ਚੰਗੀ ਲੱਗੀ ਤਾਂ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਆ ਕਰੋ। ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ। ਮਾਤਾ ਜੀ, ਹੁਣ ਪਿਤਾ ਜੀ ਨਹੀਂ ਰਹੇ, ਸਾਨੂੰ ਜਾਇਦਾਦ ਵੰਡ ਦਿਓ ਤਾਂ ਜੋ ਅਸੀਂ ਸਾਰੇ ਭਰਾ ਇੱਥੋਂ ਜਾ ਸਕੀਏ। ਬੱਚਿਆਂ ਦੇ ਸਕੂਲ ਵੀ ਨੇ ਅਤੇ ਸਾਡੇ ਕੋਲ ਦਫ਼ਤਰੀ ਕੰਮ ਵੀ ਹਨ। ਪਿਛਲੇ 15 ਦਿਨਾਂ ਤੋਂ ਸਭ ਕੁਝ ਛੱਡ ਕੇ ਇੱਥੇ ਬੈਠੇ ਹਾਂ। ਹੁਣ ਤਾਂ ਸਾਰੀਆਂ ਰਸਮਾਂ ਵੀ ਪੂਰੀਆਂ ਹੋ ਗਈਆਂ ਹਨ, ਰਿਸ਼ਤੇਦਾਰ ਵੀ ਚਲੇ ਗਏ। ਛਿੰਦਾ ਵੀ ਵੱਡੇ ਭਰਾ ਦੀ ਹਾਂ ਵਿੱਚ ਹਾਂ ਮਿਲਾਂਦਾ। ਪੰਮੇ ਨੇ ਵੀ ਕਿਹਾ, ਪਿਤਾ ਜੀ ਨੇ ਕੋਈ ਵਸੀਅਤ ਤਾਂ ਬਣਾਈ ਹੋਣੀ। ਸਾਨੂੰ ਤਾਂ ਕਦੀ ਵੀ ਇਹ ਦੇਖਣ ਦਾ ਸਮਾਂ ਹੀ ਨਹੀਂ ਮਿਲਿਆ। ਅਸੀਂ ਸ਼ਹਿਰ ਵਿੱਚ ਰਹਿੰਦੇ ਹਾਂ, ਇਸ ਲਈ ਹੁਣ ਸਾਡਾ ਇੱਥੇ ਜ਼ਿਆਦਾ ਦਿਨ ਨਹੀਂ ਰਹਿ ਸਕਦੇ। ਨਾਲ ਹੀ ਦੂਜੇ ਛੋਟੇ ਭਰਾ ਛਿੰਦੇ ਨੇ ਵੀ ਕਿਹਾ, ਮਾਂ, ਜੋ ਵੀ ਵੰਡ ਵੰਡਾਈ ਕਰਨੀ ਹੈ ਜਲਦੀ ਕਰ ਲਓ। ਬੱਚੇ ਹੁਣ ਇੱਥੇ ਰਹਿਣ ਵਾਲੇ ਨਹੀਂ ਹਨ, ਇਸ ਲਈ ਅਸੀਂ ਸਾਰੀ ਗੱਲ ਹੁਣੇ ਹੀ ਕਰਨੀ ਹੈ। ਅਸੀਂ ਸਵੇਰੇ ਜਲਦੀ ਜਾਣ ਦੀ ਸੋਚ ਰਹੇ ਹਾਂ। ਅੱਜ ਸਾਰਾ ਦਿਨ ਇੱਥੇ ਹਾਂ। ਇੱਥੇ ਰੁਕਣ ਨਾਲ ਸਿਰਫ ਸਮਾਂ ਬਰਬਾਦ ਹੋ ਰਿਹਾ ਹੈ। ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਪਿਤਾ ਜੀ ਦਾ ਇਹ ਵੱਡਾ ਘਰ ਹੈ ਤੇ ਤੁਹਾਡੇ ਕੋਲ ਗਹਿਣੇ ਤੇ ਖੇਤੀ ਲਈ ਜ਼ਮੀਨ ਹੈ ਤੇ 3 ਦੁਕਾਨਾਂ ਹਨ। ਅੱਜ ਅਸੀਂ ਇਹਨਾਂ ਸਭ ਦਾ ਸੌਦਾ ਕਰਦੇ ਹਾਂ, ਫਿਰ ਅਸੀਂ ਤਿੰਨੇ ਭਰਾ ਮਿਲ ਕੇ ਵੰਡ ਲਵਾਂਗੇ। ਹੁਣ ਸਾਨੂੰ ਵਾਰ-ਵਾਰ ਪਿੰਡ ਨਹੀਂ ਆਉਣਾ ਪਵੇਗਾ। ਰਾਜੂ ਨੇ ਫਿਰ ਸਲਾਹ ਦਿੱਤੀ। ਪੰਮਾ, ਛਿੰਦਾ, ਰਾਜੂ, ਮਾਂ ਸਵਰਨ ਕੌਰ ਇਹ ਸਭ ਸੁਣ ਰਹੀ ਸੀ। ਉਹ ਆਪਣੇ ਪਤੀ ਦੀ ਮੌਤ ਦੇ ਸਦਮੇ ਵਿੱਚ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਹਜੇ ਸੁੱਕੇ ਨਹੀਂ ਸਨ ਅਤੇ ਬੱਚੇ ਵੰਡ ਵਡਾਈ ਦੀਆਂ ਗੱਲਾਂ ਕਰ ਰਹੇ ਸਨ। ਇੱਥੇ ਰਹਿਣਾ ਸਭ ਨੂੰ ਸਮੇਂ ਦੀ ਬਰਬਾਦੀ ਲੱਗ ਰਿਹਾ ਸੀ। ਸਭ ਨੂੰ ਆਪਣੇ ਘਰ ਪਰਿਵਾਰ, ਬੱਚਿਆਂ ਦੀ ਨੌਕਰੀ ਦੀ ਚਿੰਤਾ ਹੈ, ਪਰ ਮਾਂ ਬਾਰੇ ਕਿਸੇ ਨੇ ਨਹੀਂ ਸੋਚਿਆ। ਹਰ ਕੋਈ ਆਪਣੀ ਮਤਲਬ ਦੀ ਗੱਲ ਕਰ ਰਿਹਾ ਸੀ। ਸਵਰਨ ਕੌਰ ਨੇ ਕੁਝ ਸੋਚਿਆ ਅਤੇ ਬੋਲਿਆ, ਠੀਕ ਹੈ, ਮੈਂ ਤੁਹਾਡੇ ਹਿੱਸੇ ਵੰਡ ਦਿਆਂਗੀ। ਇਹ ਸੁਣ ਕੇ ਤਿੰਨਾਂ ਭਰਾਵਾਂ ਦੇ ਚਿਹਰੇ ਖਿੜ ਗਏ, ਪਰ ਫਿਰ ਸਵਰਨ ਕੌਰ ਨੇ ਕਿਹਾ, ਤੁਹਾਨੂੰ ਤਿੰਨਾਂ ਨੂੰ ਇਹ ਸਭ ਮਿਲ ਜਾਵੇਗਾ ਤੇ ਮੈਂ ਕਿੱਥੇ ਰਹਾਂਗੀ? ਮੈਨੂੰ ਆਪਣੇ ਨਾਲ ਕੌਣ ਲੈ ਕੇ ਜਾਏਗਾ? ਇਹ ਸੁਣ ਕੇ ਤਿੰਨਾਂ ਭਰਾਵਾਂ ਦੀ ਬੋਲਤੀ ਬੰਦ ਹੋ ਗਈ, ਜਿਵੇਂ ਕੋਈ ਸੱਪ ਸੁੰਘ ਗਿਆ ਹੋਵੇ। ਕਮਰੇ ਵਿੱਚ ਸ਼ਰਨਾਟਾ ਛਾ ਗਿਆ। ਕੋਈ ਕੁਝ ਨਾ ਬੋਲ ਸਕਿਆ। ਤਿੰਨਾਂ ਦੀਆਂ ਪਤਨੀਆਂ ਵੀ ਖੜੀਆਂ ਇੱਕ ਦੂਜੇ ਵੱਲ ਦੇਖਣ ਲੱਗ ਪਈਆਂ। ਹੁਣ ਸਵਰਨ ਕੌਰ ਨੂੰ ਕੌਣ ਰੱਖੇਗਾ? ਹਰ ਕੋਈ ਹਿਸਾਬ ਲਾਉਣ ਲੱਗਾ। ਹਰ ਕੋਈ ਜਾਇਦਾਦ ਚਾਹੁੰਦਾ ਸੀ, ਪਰ ਮਾਂ ਨੂੰ ਕੋਈ ਨਹੀਂ ਰੱਖਣਾ ਚਾਹੁੰਦਾ ਸੀ। ਪਤਨੀਆਂ ਦੇ ਤਾਂ ਮੂੰਹ ਬਣ ਗਏ। ਹਰ ਕੋਈ ਮੇਵਾ ਖਾਣਾ ਚਾਹੁੰਦਾ ਸੀ, ਪਰ ਸੇਵਾ ਕੋਈ ਨਹੀਂ ਕਰਨਾ ਚਾਹੁੰਦਾ ਸੀ। ਫਿਰ ਪੰਮੇ ਨੇ ਕਿਹਾ, ਮੇਰੇ ਬੱਚੇ ਵੱਡੇ ਹੋ ਗਏ ਹਨ, ਉਹਨਾਂ ਦੀ ਫੀਸ ਵੀ ਬਹੁਤ ਜ਼ਿਆਦਾ ਹੈ ਤੇ ਫਿਰ ਸਾਡੇ ਕੋਲ ਕੁੱਲ 4 ਕਮਰੇ ਹਨ, ਇੱਕ ਸਾਡੇ ਨੂਰ ਦਾ ਤੇ ਇੱਕ ਸੁਖਮਨ ਦਾ। ਦੋਵੇਂ ਆਪਣਾ ਕਮਰਾ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਅਤੇ ਉਹਨਾਂ ਨੂੰ ਪੜ੍ਹਨਾ ਵੀ ਹੁੰਦਾ ਹੈ। ਅਤੇ ਇੱਕ ਕਮਰਾ ਹੈ, ਉਹ ਤਾਂ ਮਹਿਮਾਨ ਲਈ ਹੈ। ਜਦੋਂ ਮਹਿਮਾਨ ਵੀ ਆਉਂਦੇ ਰਹਿੰਦੇ ਹਨ ਤਾਂ ਫਿਰ ਇਹ ਕਿੱਥੇ ਰਹਿਣਗੇ? ਇਸ ਕਰਕੇ ਮੈਂ ਮਾਂ ਨੂੰ ਨਹੀਂ ਲੈ ਜਾ ਸਕਦਾ। ਪੰਮੇ ਨੇ ਹੱਥ ਖੜੇ ਕਰ ਦਿੱਤੇ। ਛਿੰਦੇ ਦੀ ਪਤਨੀ ਨੇ ਵੀ ਉਸ ਵੱਲ ਇਸ਼ਾਰਾ ਕੀਤਾ ਤੇ ਛਿੰਦੇ ਨੇ ਵੀ ਕਿਹਾ, ਬਾਈ, ਤੇਰੇ ਕੋਲ ਤਾਂ 4 ਕਮਰੇ ਹਨ ਤੇ ਮੇਰੇ ਕੋਲ ਤਾਂ ਸਿਰਫ 2 ਹੀ ਕਮਰੇ ਹਨ। ਇੱਕ ਸਾਡੇ ਦੋਵਾਂ ਦਾ ਤੇ ਇੱਕ ਬੱਚਿਆਂ ਲਈ ਹੈ। ਇਸ ਵਿੱਚ ਵੀ ਜਗ੍ਹਾ ਨੂੰ ਲੈ ਕੇ ਦੋਵਾਂ ਭਰਾਵਾਂ ਦੀ ਲੜਾਈ ਹੋ ਗਈ। ਮੈਂ ਕਿਸੇ ਵੀ ਹਾਲਾਤ ਵਿੱਚ ਮਾਂ ਨੂੰ ਨਹੀਂ ਲੈ ਜਾ ਸਕਦਾ। ਜੇਕਰ ਮਾਂ ਮੇਰੇ ਘਰ ਆਵੇਗੀ ਤਾਂ ਕਿੱਥੇ ਰਹੇਗੀ? ਮੇਰੇ ਘਰ ਵਿੱਚ ਥਾਂ ਹੀ ਨਹੀਂ ਹੈ। ਮੇਰੇ ਘਰ ਵਿੱਚ ਮਾਂ ਨੂੰ ਰੱਖਣਾ ਸੰਭਵ ਨਹੀਂ ਹੈ। ਛਿੰਦੇ ਨੇ ਵੀ ਲਗਭਗ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਮਾਂ ਨੂੰ ਆਪਣੇ ਨਾਲ ਨਹੀਂ ਰੱਖ ਸਕਦਾ। ਤੁਸੀਂ ਦੋਵਾਂ ਭਰਾਵਾਂ ਨੇ ਆਪਣੀ ਮੁਸ਼ਕਲਾਂ ਦੱਸ ਦਿੱਤੀਆਂ ਤਾਂ ਮੈਂ ਵੀ ਮਾਂ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਦਾ। ਮੇਰੀ ਪਤਨੀ ਨੌਕਰੀ ਕਰਦੀ ਹੈ। ਅਸੀਂ ਦੋਵੇਂ ਸਵੇਰੇ ਘਰੋਂ ਨਿਕਲਦੇ ਹਾਂ ਤੇ ਦਿਨ ਵਿੱਚ ਬੱਚਿਆਂ ਨੂੰ ਸੰਭਾਲਣ ਲਈ ਕੇਅਰ ਟੇਕਰ ਰੱਖੀ ਹੈ ਅਤੇ ਇੱਕ ਕਮਰਾ ਉਸ ਨੂੰ ਵੀ ਦੇਣਾ ਹੁੰਦਾ ਹੈ। ਹੁਣ ਮਾਂ ਦੀ ਖਾਤਰ ਅਸੀਂ ਕੇਅਰ ਟੇਕਰ ਨੂੰ ਉਸ ਦੇ ਕਮਰੇ 'ਚੋਂ ਨਹੀਂ ਕੱਢ ਸਕਦੇ। ਪਿਛਲੇ 3 ਸਾਲਾਂ ਤੋਂ ਸਾਡੇ ਘਰ ਰਹਿ ਰਹੀ ਹੈ, ਇਸ ਲਈ ਮਾਂ ਲਈ ਕੋਈ ਥਾਂ ਨਹੀਂ ਬਚੀ। ਰਾਜੂ ਨੇ ਵੀ ਆਰਾਮ ਨਾਲ ਮਨਾ ਕਰ ਦਿੱਤਾ। ਰਾਜੂ ਛੋਟਾ ਸੀ, ਉਹ ਤਾਂ ਮਾਂ ਦਾ ਲਾਡਲਾ ਸੀ। ਬਚਪਨ ਵਿੱਚ ਰਾਜੂ ਮਾਂ ਨੂੰ ਆਪਣੇ ਭਰਾਵਾਂ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ। ਮਾਂ ਸਿਰਫ ਮੇਰੀ ਹੈ, ਸਭ ਨੂੰ ਇਹੀ ਕਹਿੰਦਾ ਸੀ। ਅੱਜ ਉਸਨੇ ਆਪਣੀ ਮਾਂ ਨੂੰ ਆਪਣੇ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ। ਸਵਰਨ ਕੌਰ ਆਪਣੇ ਛੋਟੇ ਬੇਟੇ ਰਾਜੂ ਦੇ ਵਿਵਹਾਰ ਕਾਰਨ ਸੁੰਨ ਹੋ ਗਈ। ਇੱਕ ਤਾਂ ਪਤੀ ਦੀ ਮੌਤ ਦਾ ਸਦਮਾ ਸੀ, ਉੱਤੋਂ ਤਿੰਨਾਂ ਪੁੱਤਰਾਂ ਦੀਆਂ ਗੱਲਾਂ ਸੁਣ ਕੇ ਉਹ ਹੈਰਾਨ ਰਹਿ ਗਈ। ਉੱਥੋਂ ਉੱਠੀ ਤੇ ਚੁੱਪਚਾਪ ਬਿਨਾਂ ਕੋਈ ਜਵਾਬ ਦਿੱਤੇ ਆਪਣੇ ਕਮਰੇ ਵਿੱਚ ਚਲੀ ਗਈ। ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਸਿਰਹਾਣੇ ਵਿੱਚ ਮੂੰਹ ਲੁਕੋ ਕੇ ਫੁੱਟ-ਫੁੱਟ ਰੋਣ ਲੱਗ ਪਈ।
ਉਸ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇਹ ਉਹੀ ਤਿੰਨੇ ਪੁੱਤਰ ਹਨ ਜੋ ਹਮੇਸ਼ਾ ਇਹੀ ਕਹਿੰਦੇ ਸਨ ਕਿ ਮਾਂ ਸਿਰਫ ਮੇਰੀ ਮਾਂ ਹੈ, ਸਿਰਫ ਮੇਰੀ ਮਾਂ ਹੈ। ਤੇ ਅੱਜ ਇਸ ਗੱਲ ਲਈ ਲੜ ਰਹੇ ਨੇ ਕਿ ਮਾਂ ਸਿਰਫ ਤੇਰੀ ਹੈ, ਮਾਂ ਸਿਰਫ ਤੇਰੀ ਹੈ, ਇਸ ਲਈ ਤੂੰ ਮਾਂ ਨੂੰ ਆਪਣੇ ਕੋਲ ਰੱਖ। ਸਵਰਨ ਕੌਰ ਆਪਣੀ ਪਤੀ ਦੀ ਤਸਵੀਰ ਦੇ ਸਾਹਮਣੇ ਖੜੀ ਸੀ। ਕਹਿੰਦੀ, ਤੁਸੀਂ ਮੈਨੂੰ ਕੱਲਾ ਕਿਉਂ ਛੱਡ ਦਿੱਤਾ? ਤੁਸੀਂ ਤਾਂ ਕਹਿੰਦੇ ਸੀ ਸਵਰਨੋ, ਤੇਰੇ 3 ਪੁੱਤਰ ਹਨ, ਬੁਢਾਪੇ ਵਿੱਚ ਰਾਜ ਕਰੇਂਗੀ, ਵੇਖੀ ਤਿੰਨੇ ਤੈਨੂੰ ਆਪਣੇ ਕੋਲ ਰੱਖਣ ਲਈ ਆਪਸ ਵਿੱਚ ਲੜਨਗੇ। ਪਰ ਇੱਥੇ ਕੋਈ ਮੈਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ। ਇੱਕ ਮਾਂ ਸਭ ਲਈ ਬੋਝ ਹੈ, ਮਾਂ ਦਾ ਬੋਝ ਕੋਈ ਨਹੀਂ ਉਠਾਉਣਾ ਚਾਹੁੰਦਾ। ਪਰ ਮਾਂ ਇੱਕ ਕਮਰੇ ਵਿੱਚ 4 ਬੱਚਿਆਂ ਨੂੰ ਪਾਲ ਲੈਂਦੀ ਹੈ, ਪਰ ਚਾਰੇ ਬੱਚੇ ਆਪੋ ਆਪਣੇ ਘਰ ਹੋਣ ਦੇ ਬਾਵਜੂਦ ਵੀ ਇੱਕ ਮਾਂ ਦੀ ਦੇਖਭਾਲ ਨਹੀਂ ਕਰ ਸਕਦੇ। ਮਾਂ 9 ਮਹੀਨੇ ਕੁੱਖ ਵਿੱਚ ਬੱਚਿਆਂ ਦਾ ਭਾਰ ਚੁੱਕ ਕੇ ਵੀ ਹੱਸਦੀ ਰਹਿੰਦੀ ਹੈ, ਪਰ ਬੱਚੇ ਮਾਂ ਨੂੰ ਬੋਝ ਸਮਝਣ ਲੱਗ ਪੈਂਦੇ ਹਨ। ਸਵਰਨ ਕੌਰ ਪੁਰਾਣੀਆਂ ਯਾਦਾਂ ਵਿੱਚ ਗੁਆਚ ਜਾਂਦੀ ਹੈ। ਉਸ ਦਾ ਸੁਖੀ ਪਰਿਵਾਰ ਸੀ। 3 ਪੁੱਤਰਾਂ ਦੀ ਮਾਂ ਬਣਨਾ ਮਾਣ ਤੇ ਸਮਾਜਿਕ ਸਨਮਾਨ ਦੀ ਗੱਲ ਸੀ। ਉਹ ਸਿਰ ਉੱਚਾ ਰੱਖ ਕੇ ਤੁਰਦੀ ਸੀ। ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਪਤੀ ਹਰਬੰਸ ਸਿੰਘ ਬਹੁਤ ਵਧੀਆ ਇਨਸਾਨ ਸਨ। ਸੱਸ ਤੇ ਸਹੁਰੇ ਦਾ ਦੇਹਾਂਤ ਹੋ ਗਿਆ ਸੀ ਜਦੋਂ ਹਰਬੰਸ ਛੋਟੇ ਸਨ। ਉਹਨਾਂ ਨੇ ਆਪਣੇ ਦਮ ਤੇ ਖੜੇ ਹੋ ਕੇ ਆਪਣਾ ਕਾਰੋਬਾਰ ਵਧਾਇਆ। ਸਵਰਨ ਕੌਰ ਘੱਟ ਪੜ੍ਹੀ ਲਿਖੀ ਸੀ, ਪਰ ਹਰ ਚੀਜ਼ ਦੀ ਬਹੁਤ ਸਮਝ ਸੀ। ਆਪਣੇ ਪਤੀ ਦੇ ਨਾਲ ਮਿਲ ਕੇ ਕਾਰੋਬਾਰ ਵੀ ਸੰਭਾਲਦੀ ਸੀ ਅਤੇ ਘਰ ਵੀ ਚੰਗੀ ਤਰ੍ਹਾਂ ਚਲਾ ਰਹੀ ਸੀ। ਜਦੋਂ ਪਹਿਲਾ ਪੁੱਤਰ ਪੰਮੇ ਦਾ ਜਨਮ ਹੋਇਆ ਤਾਂ ਘਰ ਨੂੰ ਦੀਵਾਲੀ ਵਾਂਗ ਸਜਾਇਆ ਗਿਆ। ਉਸ ਦਿਨ ਬਹੁਤ ਸਾਰੇ ਦੀਵੇ ਜਗਾਏ ਗਏ, ਗਰੀਬਾਂ ਨੂੰ ਦਾਨ ਦਿੱਤਾ ਗਿਆ, ਰਿਸ਼ਤੇਦਾਰ ਅਤੇ ਸਾਰੇ ਪਿੰਡ ਨੂੰ ਦਾਵਤ ਦਿੱਤੀ ਸੀ। ਉਸ ਤੋਂ ਬਾਅਦ ਛਿੰਦੇ ਅਤੇ ਰਾਜੂ ਦਾ ਵੀ ਜਨਮ ਹੋਇਆ। ਘਰ ਖੁਸ਼ੀਆਂ ਨਾਲ ਭਰ ਗਿਆ। ਤਿੰਨੇ ਭਰਾ ਇੱਕ ਦੂਜੇ ਨਾਲ ਖੇਡਦੇ ਸਨ ਅਤੇ ਲੜਦੇ ਵੀ ਸਨ। ਘਰ ਵਿੱਚ ਰੌਣਕ ਲੱਗੀ ਰਹਿੰਦੀ ਸੀ। ਤਿੰਨਾਂ ਪੁੱਤਰਾਂ ਨੂੰ ਚੰਗੀ ਪਰਵਰਿਸ਼ ਨਾਲ ਉਹ ਚੰਗੇ ਸੰਸਕਾਰ ਵੀ ਦੇ ਰਹੇ ਸਨ। ਬੱਚੇ ਪੜ੍ਹਾਈ ਵਿੱਚ ਜ਼ਿਆਦਾ ਹੁਸ਼ਿਆਰ ਸਨ। ਉਹ ਕਾਰੋਬਾਰ ਨਹੀਂ ਕਰਨਾ ਚਾਹੁੰਦੇ ਸਨ। ਹਰਬੰਸ ਚਾਹੁੰਦਾ ਸੀ ਕਿ ਪੰਮਾ ਘਰ ਦਾ ਕੰਮ-ਕਾਜ ਸੰਭਾਲ ਲਵੇ ਤਾਂ ਕਿ ਬਾਹਰਲੇ ਵਿਅਕਤੀ ਨੂੰ ਪੈਸੇ ਨਾ ਦੇਣੇ ਪੈਣ। ਪਰ ਪੰਮੇ ਨੇ ਆਪਣੇ ਲਈ ਕੁਝ ਹੋਰ ਹੀ ਸੋਚ ਰੱਖਿਆ ਸੀ। ਪਰ ਪੰਮਾ ਇੰਜੀਨੀਅਰ ਬਣਨਾ ਚਾਹੁੰਦਾ ਸੀ। ਉਸਨੇ ਪ੍ਰੀਖਿਆ ਵੀ ਪਾਸ ਕਰ ਲਈ ਸੀ। ਜਿਵੇਂ ਹੀ ਉਸਨੂੰ ਸ਼ਹਿਰ ਵਿੱਚ ਇੱਕ ਕਾਲਜ ਮਿਲਿਆ, ਉਹ ਉੱਥੇ ਪੜ੍ਹਨ ਚਲਾ ਗਿਆ। 4 ਸਾਲ ਬਾਅਦ ਉਹ ਇੰਜੀਨੀਅਰ ਬਣ ਗਿਆ ਅਤੇ ਕਾਲਜ ਵਿੱਚ ਹੀ ਉਸ ਦੀ ਪਲੇਸਮੈਂਟ ਹੋ ਗਈ। ਉਹ 2 ਸਾਲ ਵਿਦੇਸ਼ ਰਹਿ ਕੇ ਵੀ ਆ ਗਿਆ। ਹਰਬੰਸ ਸਿੰਘ ਅਤੇ ਸਵਰਨ ਕੌਰ ਨੇ ਸੋਚਿਆ ਸੀ ਕਿ ਵਿਚਕਾਰਲਾ ਪੁੱਤਰ ਛਿੰਦਾ ਆਪਣੇ ਪਿਤਾ ਦਾ ਸਹਾਰਾ ਬਣੇਗਾ, ਪਰ ਉਹ ਸੀਏ ਬਣਨਾ ਚਾਹੁੰਦਾ ਸੀ। ਉਹ ਬਹੁਤ ਸਮਝਦਾਰ ਵੀ ਸੀ। ਇਹ ਬਣਨ ਤੋਂ ਤੁਰੰਤ ਬਾਅਦ ਉਸਨੂੰ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਮਿਲ ਗਈ। ਬਸ ਉਹ ਵੀ ਘਰ ਛੱਡ ਕੇ ਚਲਾ ਗਿਆ। ਰਾਜੂ ਵੀ ਪੜ੍ਹਾਈ ਵਿੱਚੋਂ ਹੁਸ਼ਿਆਰ ਸੀ। ਉਹ ਬੈਂਕ ਵਿੱਚ ਮੈਨੇਜਰ ਬਣ ਗਿਆ। ਤਿੰਨਾਂ ਭਰਾਵਾਂ ਵਿੱਚ 2-2 ਸਾਲ ਦਾ ਫਰਕ ਸੀ। ਹਰਬੰਸ ਸਿੰਘ ਅਤੇ ਸਵਰਨ ਕੌਰ ਨੇ ਸੋਚਿਆ ਕਿ ਹੁਣ ਤਿੰਨਾਂ ਦੇ ਵਿਆਹ ਕਰਨੇ ਚਾਹੀਦੇ ਹਨ। ਇਸ ਲਈ ਕੁੜੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਤਿੰਨਾਂ ਦਾ ਵਿਆਹ ਬੜੀ ਧੂਮ-ਧਾਮ ਨਾਲ ਕਰਾਂਗੇ, ਪਰ ਇਹ ਸੁਪਨਾ ਵੀ ਸੁਪਨਾ ਹੀ ਰਹਿ ਗਿਆ। ਪੰਮੇ ਨੂੰ ਆਪਣੇ ਕਾਲਜ ਵਿੱਚ ਪੜ੍ਹਦੀ ਕੁੜੀ ਪਸੰਦ ਸੀ, ਇਸ ਲਈ ਉਸਨੇ ਕੋਰਟ ਮੈਰਿਜ ਕਰਵਾ ਲਈ। ਸਵਰਨ ਕੌਰ ਸਾਰੀ ਰਾਤ ਰੋਂਦੀ ਰਹੀ। ਪਹਿਲੇ ਪੁੱਤਰ ਦਾ ਵਿਆਹ ਹੋਇਆ ਸੀ ਤੇ ਮਨ ਵਿੱਚ ਕਿੰਨੀਆਂ ਇੱਛਾ ਸੀ ਜੋ ਪੂਰੀਆਂ ਨਹੀਂ ਹੋ ਸਕੀਆਂ। ਕਿੰਨੇ ਸੁਪਨੇ ਦੇਖੇ ਸੀ, ਕੀ ਕਰਾਂਗੇ, ਕਿਵੇਂ ਕਰਾਂਗੇ, ਅਤੇ ਨੂੰ ਇੱਕ ਦਿਨ ਵੀ ਸਹੁਰੇ ਨਹੀਂ ਰਹੀ। ਦੂਜੇ ਦਿਨ ਚਲੀ ਗਈ। ਉਸਨੇ ਵੀ ਨੌਕਰੀ ਜੁਆਇਨ ਕਰ ਲਈ ਸੀ। ਸਵਰਨ ਕੌਰ ਨੇ ਆਪਣਾ ਮਨ ਸਮਝਾ ਲਿਆ ਸੀ। ਇੱਕ ਦਿਨ ਵਿਚਕਾਰਲੇ ਬੇਟੇ ਦਾ ਫੋਨ ਆਇਆ ਕਿ ਉਹ ਇੱਕ ਕੁੜੀ ਪਸੰਦ ਕਰਦਾ ਹੈ। ਉਸਦੇ ਪਿਤਾ ਕੈਂਸਰ ਦੀ ਆਖਰੀ ਸਟੇਜ ਤੇ ਹਨ। ਉਹ ਕਿਸੇ ਵੀ ਸਮੇਂ ਜਾ ਸਕਦੇ ਹਨ। ਇਸ ਲਈ ਛਿੰਦੇ ਨੇ ਉਸਦੇ ਪਿਤਾ ਦੇ ਸਾਹਮਣੇ ਹੀ ਵਿਆਹ ਕਰਵਾ ਲਿਆ। ਮਾਂ-ਬਾਪ ਨੂੰ ਬੁਲਾਉਣਾ ਵੀ ਜ਼ਰੂਰੀ ਨਹੀਂ ਸਮਝਿਆ। ਛੋਟੇ ਬੇਟੇ ਰਾਜੂ ਦੀ ਵੀ ਨੌਕਰੀ ਚੰਗੀ ਚੱਲ ਰਹੀ ਸੀ। ਉਸਨੇ ਵੀ ਕੁੜੀ ਪਸੰਦ ਕੀਤੀ ਸੀ ਅਤੇ ਮਾਂ ਸਵਰਨ ਕੌਰ ਪਿਓ ਹਰਬੰਸ ਸਿੰਘ ਨੂੰ ਬੁਲਾਉਣਾ ਜ਼ਰੂਰੀ ਨਹੀਂ ਸਮਝਿਆ। ਉਸਦੀ ਮਾਂ ਸਵਰਨ ਕੌਰ ਪੂਰੀ ਤਰ੍ਹਾਂ ਟੁੱਟ ਗਈ। ਹੌਲੀ-ਹੌਲੀ ਖੁਦ ਨੂੰ ਸੰਭਾਲਿਆ। ਸਮੇਂ ਦੇ ਨਾਲ-ਨਾਲ ਪੁੱਤਰਾਂ ਦੇ ਵੀ ਬੱਚੇ ਹੋਏ। ਸਭ ਨੂੰ ਆਪਣਾ ਪਰਿਵਾਰ ਮਿਲ ਗਿਆ। ਨੂੰਹਾਂ ਨੇ ਕਦੇ ਪਿੰਡ ਆਉਣਾ ਪਸੰਦ ਹੀ ਨਹੀਂ ਕੀਤਾ।
ਇਸ ਲਈ ਉਹ ਆਪਣੀ ਸੱਸ ਸਹੁਰੇ ਨਾਲ ਕਦੀ ਨਾ ਜੁੜ ਸਕੀਆਂ। ਹੁਣ ਹਰਬੰਸ ਸਿੰਘ ਦੀ ਵੀ ਉਮਰ ਹੋ ਗਈ ਸੀ। ਉਹ ਵੀ ਜਲਦੀ ਥੱਕ ਜਾਂਦਾ ਸੀ। ਉਹ ਪਹਿਲਾਂ ਵਾਂਗ ਕੰਮ ਨਹੀਂ ਕਰ ਪਾਉਂਦੇ ਸਨ। ਇੱਕ ਸਵੇਰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਅਚਾਨਕ ਘਰ ਵਿੱਚ ਆਈ ਤਬਾਹੀ ਨੇ ਸਵਰਨ ਕੌਰ ਨੂੰ ਤੋੜ ਦਿੱਤਾ। ਉਸਨੇ ਸਾਰਿਆਂ ਨੂੰ ਫੋਨ ਕਰਕੇ ਬੁਲਾਇਆ ਅਤੇ ਤਿੰਨਾਂ ਪੁੱਤਰਾਂ ਨੇ ਆਪਣੇ ਪਿਤਾ ਦਾ ਸੰਸਕਾਰ ਕਰ ਦਿੱਤਾ। ਸਵਰਨ ਕੌਰ ਪੁਰਾਣੀਆਂ ਯਾਦਾਂ ਵਿੱਚ ਬਾਹਰ ਆਈ। ਦਰਵਾਜ਼ਾ ਖੜਕ ਰਿਹਾ ਸੀ। ਬਾਹਰੋਂ ਆਵਾਜ਼ ਆ ਰਹੀ ਸੀ, ਮਾਂ ਤੁਸੀਂ ਕੀ ਫੈਸਲਾ ਕੀਤਾ? ਕਿਸੇ ਨੇ ਨਹੀਂ ਪੁੱਛਿਆ ਕਿ ਮਾਂ ਤੁਸੀਂ ਖਾਣਾ ਨਹੀਂ ਖਾਧਾ, ਤੁਸੀਂ ਖਾਣਾ ਖਾ ਲਓ। ਉਸਨੇ ਆਪਣੇ ਮਨ ਵਿੱਚ ਇੱਕ ਫੈਸਲਾ ਕੀਤਾ ਅਤੇ ਕਮਰੇ 'ਚੋਂ ਬਾਹਰ ਆਈ, ਸਿੱਧੀ ਰਸੋਈ ਵਿੱਚ ਗਈ ਅਤੇ ਆਪਣੇ ਲਈ ਖਾਣਾ ਪਾ ਲਿਆ। ਖਾਣਾ ਖਾਣ ਤੋਂ ਪਹਿਲਾਂ ਬੋਲੀ, ਮੇਰੇ ਬੱਚਿਓ, ਤੁਸੀਂ ਸਾਰਿਆਂ ਨੇ ਖਾਣਾ ਖਾ ਲਿਆ ਹੋਵੇਗਾ, ਫਿਰ ਵੀ ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ ਖਾਣਾ ਖਾ ਲਓ। ਮਾਂ ਤਾਂ ਆਪ ਭੁੱਖੀ ਹੁੰਦੀ ਹੈ, ਪਰ ਪਹਿਲਾਂ ਉਹ ਬੱਚਿਆਂ ਨੂੰ ਖਾਣ ਨੂੰ ਕਹਿੰਦੀ ਹੈ। ਪਰ ਬੱਚਿਆਂ ਨੂੰ ਤਾਂ ਮਾਂ ਦੀ ਕੋਈ ਪਰਵਾਹ ਹੀ ਨਹੀਂ ਹੈ। ਇੱਕ ਵਾਰੀ ਕਿਸੇ ਨੇ ਦਰਵਾਜ਼ਾ ਖੜਕਾ ਕੇ ਇਹ ਨਹੀਂ ਕਿਹਾ ਕਿ ਮਾਂ ਆ ਕੇ ਖਾਣਾ ਖਾ ਲਓ, ਤੁਹਾਨੂੰ ਤਾਂ ਸਿਰਫ ਆਪਣੀ ਜਾਇਦਾਦ ਤੋਂ ਮਤਲਬ ਹੈ। ਮਾਂ ਕਿੱਥੇ ਅਤੇ ਕਿਵੇਂ ਰਹੇਗੀ ਕਿਸੇ ਨੂੰ ਕੋਈ ਪਰਵਾਹ ਨਹੀਂ, ਬਸ ਜਾਇਦਾਦ ਮਿਲ ਜਾਵੇ। ਤੁਸੀਂ ਵੀ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਓ, ਇਹ ਘਰ ਵੰਡਿਆ ਨਹੀਂ ਜਾਏਗਾ ਅਤੇ ਕਿਸੇ ਨੂੰ ਕੁਝ ਨਹੀਂ ਮਿਲੇਗਾ, ਨਾ ਹੁਣ ਮਿਲੇਗਾ ਤੇ ਨਾ ਮੇਰੇ ਮਰਨ ਤੋਂ ਬਾਅਦ ਮਿਲੇਗਾ। ਹਰਬੰਸ ਸਿੰਘ ਮੇਰਾ ਪਤੀ, ਉਹਨਾਂ ਨੇ ਸਭ ਕੁਝ ਮੇਰੇ ਨਾਮ ਕੀਤਾ ਸੀ। ਹੁਣ ਮੈਂ ਨਹੀਂ ਚਾਹੁੰਦੀ ਕਿ ਮੇਰੀ ਜਾਇਦਾਦ ਵੰਡੀ ਜਾਵੇ। ਜਿਸ ਤਰ੍ਹਾਂ ਤੁਹਾਡੇ ਘਰ ਮਾਂ ਰੱਖਣ ਦੀ ਕੋਈ ਥਾਂ ਨਹੀਂ ਹੈ, ਉਸੇ ਤਰ੍ਹਾਂ ਮੇਰੇ ਕੋਲ ਤੁਹਾਨੂੰ ਸਭ ਨੂੰ ਦੇਣ ਲਈ ਇੱਕ ਪੈਸਾ ਵੀ ਨਹੀਂ ਹੈ। ਕੱਲ੍ਹ ਦੀ ਸਵੇਰ ਦਾ ਇੰਤਜ਼ਾਰ ਨਾ ਕਰੋ, ਤੁਸੀਂ ਸਾਰੇ ਹੁਣੇ ਇਸ ਘਰ ਤੋਂ ਚਲੇ ਜਾਓ। ਪੰਮੇ, ਤੇਰੇ ਘਰ ਬੱਚਿਆਂ ਦੇ ਰਹਿਣ ਲਈ ਅਲੱਗ-ਅਲੱਗ ਕਮਰਾ ਹੈ, ਮਹਿਮਾਨਾਂ ਲਈ ਵੀ ਕਮਰਾ ਹੈ, ਜਨਮ ਦੇਣ ਵਾਲੀ ਮਾਂ ਲਈ ਕੋਈ ਥਾਂ ਨਹੀਂ। ਛਿੰਦੇ, ਤੇਰੇ ਕੋਲ 2 ਕਮਰੇ ਹਨ, ਤਾਂ ਕੀ ਹੋਇਆ? ਮੈਂ ਬਾਹਰ ਹਾਲ ਵਿੱਚ ਸੌ ਲੈਂਦੀ। ਇੱਕ ਵਾਰ ਕਹਿੰਦਾ ਤਾਂ ਸਹੀ। ਰਾਜੂ, ਤੇਰੇ ਬੱਚਿਆਂ ਨੂੰ ਪਾਲਣ ਲਈ, ਆਇਆ ਲਈ ਤੈਨੂੰ ਚਿੰਤਾ ਹੈ, ਜੋ 3 ਸਾਲ ਤੋਂ ਉੱਥੇ ਹੈ। ਮੈਂ ਤਾਂ ਤੁਹਾਨੂੰ 30 ਸਾਲਾਂ ਤੋਂ ਪਾਲਿਆ ਹੈ, ਤੁਸੀਂ ਕਿੰਨੀ ਆਸਾਨੀ ਨਾਲ ਮਨ੍ਹਾ ਕਰ ਦਿੱਤਾ। ਤਿੰਨਾਂ ਭਰਾਵਾਂ ਦੀਆਂ ਅੱਖਾਂ ਸ਼ਰਮ ਨਾਲ ਝੁਕ ਗਈਆਂ। ਜਦੋਂ ਤੋਂ ਤੁਸੀਂ ਆਏ ਹੋ, ਬਸ ਇੱਕ ਹੀ ਰਗ ਲਗਾ ਰੱਖੀ ਹੈ ਕਿ ਜਾਇਦਾਦ ਵੰਡ ਦਿੱਤੀ ਜਾਏ, ਤਾਂ ਜੋ ਆਪਣਾ ਹਿੱਸਾ ਲੈ ਕੇ ਚੱਲਦੇ ਬਣੀਏ। ਪਰ ਤੁਸੀਂ ਮੈਨੂੰ ਇਹ ਦੱਸੋ ਕਿ ਕਿਸ ਦੇ ਹਿੱਸੇ ਵਿੱਚ ਮਾਂ ਆਏਗੀ? ਕੋਈ ਮੈਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ, ਤਾਂ ਮਾਂ ਕਿੱਥੇ ਜਾਏਗੀ ਅਤੇ ਕਿਵੇਂ ਰਹੇਗੀ? ਕੀ ਤੁਸੀਂ ਮੇਰੇ ਬਾਰੇ ਵੀ ਸੋਚਿਆ ਹੈ ਕਦੇ? ਇਹ ਮੇਰੀ ਜਾਇਦਾਦ ਹੈ, ਮੈਂ ਮਾਲਕਣ ਹਾਂ ਜਾਇਦਾਦ ਦੀ। ਮੈਂ ਆਪਣੇ ਪਤੀ ਦੀਆਂ ਯਾਦਾਂ ਨਾਲ ਇਸ ਘਰ ਵਿੱਚ ਰਹਾਂਗੀ ਅਤੇ ਹਾਂ, ਮੈਨੂੰ ਉਹਨਾਂ ਦੇ ਕਾਰੋਬਾਰ ਦੀ ਚੰਗੀ ਸਮਝ ਹੈ। ਮੈਂ 2-4 ਨੌਕਰ ਰੱਖ ਕੇ ਕਾਰੋਬਾਰ ਚਲਾ ਲਵਾਂਗੀ। ਤੁਸੀਂ ਤਿੰਨੋਂ ਇਸੇ ਸਮੇਂ ਮੇਰੇ ਘਰੋਂ ਨਿਕਲ ਜਾਓ। ਤੁਸੀਂ ਆਪਣੀ ਨੌਕਰੀ ਅਤੇ ਆਪਣੇ ਪਰਿਵਾਰ ਸੰਭਾਲੋ। ਮੇਰੇ ਤੋਂ ਬਾਅਦ ਮੇਰੀ ਜਾਇਦਾਦ ਪਿੰਡ ਦੇ ਸਕੂਲ ਅਤੇ ਹਸਪਤਾਲ ਨੂੰ ਦਾਨ ਕਰ ਦਿੱਤੀ ਜਾਏਗੀ, ਪਰ ਤੁਹਾਨੂੰ ਵਿੱਚੋਂ 1 ਰੁਪਈਆ ਵੀ ਨਹੀਂ ਮਿਲੇਗਾ। ਸਵਰਨ ਕੌਰ ਨੇ ਆਪਣਾ ਫੈਸਲਾ ਸੁਣਾਇਆ। ਤਿੰਨੋਂ ਪੁੱਤਰ ਦੇਖਦੇ ਰਹਿ ਗਏ। ਉਹਨਾਂ ਨੇ ਮਾਫ਼ੀ ਵੀ ਮੰਗੀ, ਪਰ ਸਵਰਨ ਕੌਰ ਨਾ ਪਿਘਲੀ। ਅਗਲੀ ਸਵੇਰ ਤਿੰਨੋਂ ਮੂੰਹ ਲਟਕਾਉਂਦੇ ਚਲੇ ਗਏ। ਸਾਰੇ ਪੁੱਤਰ ਇਸ ਗੱਲ ਲਈ ਆਪਸ ਵਿੱਚ ਲੜਦੇ ਰਹਿੰਦੇ ਕਿ ਜਾਇਦਾਦ ਕੌਣ ਰੱਖੇਗਾ। ਮਾਂ ਨੂੰ ਕੌਣ ਰੱਖੇਗਾ, ਇਸ ਲਈ ਕੋਈ ਨਹੀਂ ਲੜਦਾ। ਪਹਿਲਾਂ ਤਾਂ ਮਾਂ ਬਹੁਤ ਪਿਆਰੀ ਹੁੰਦੀ ਹੈ, ਵਿਆਹ ਤੋਂ ਬਾਅਦ ਮਾਂ ਲਈ ਪਹਿਲਾਂ ਵਰਗਾ ਪਿਆਰ ਤੇ ਸਤਿਕਾਰ ਨਹੀਂ ਰਹਿੰਦਾ। ਬੱਚੇ ਵੱਡੇ ਹੋ ਕੇ ਮਾਂ ਦੀ ਕੁਰਬਾਨੀ ਅਤੇ ਪਿਆਰ ਨੂੰ ਭੁੱਲ ਜਾਂਦੇ ਹਨ।